हाई दिस इज़ ईशान अग्रवाल। आई वैलकम यू ऑल टू द मेहनती बच्चे चैनल। आई होप ਤੁਸੀਂ ਸਾਰਿਆਂ ਨੇ ਫਸਟ 3 ਪਾਰਟ ਮੈਨੇਜਮੈਂਟ ਦੇ ਜ਼ਰੂਰ ਦੇਖੇ ਹੋਣਗੇ। ਸੋ ਇਸ ਦੇ ਨਾਲ ਹੀ ਅੱਜ ਆਪਣਾ ਨੈਕਸਟ ਲੈਕਚਰ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ, ਡੈਸ਼ ਇਜ਼ ਦ ਲਰਨਿੰਗ ਐਕਸਪੀਰੀਅੰਸ that seek relatively permanent change in an individual that will improve his ability to perform the job। ਇਹਨਾਂ ਚੋਂ ਕਿਹੜੀ ਐਸੀ ਚੀਜ਼ ਹੈ ਜੋ ਬੰਦੇ ਦੀ ਪਰਫਾਰਮੈਂਸ ਦੀ ਐਬਿਲਿਟੀ ਨੂੰ ਇੰਪਰੂਵ ਕਰ ਦਿੰਦੀ ਹੈ। ਸੋ ਦੱਸੋ ਤੁਹਾਡੇ ਹਿਸਾਬ ਨਾਲ ਕੀ ਆਨਸਰ ਹੋਣਾ ਚਾਹੀਦਾ। ਮੈਂ ਪਹਿਲੇ ਲੈਕਚਰਸ ਵੀ ਤੁਹਾਨੂੰ ਸਮਝਾ ਚੁੱਕਿਆ ਇਸ ਬਾਰੇ। ਇਹਦਾ ਆਨਸਰ ਹੈ ਟ੍ਰੇਨਿੰਗ, ਕਿਉਂਕਿ ਆਪਾਂ ਟ੍ਰੇਨਿੰਗ ਬੰਦੇ ਨੂੰ ਉਹਦੇ ਸਕਿੱਲ ਵਗੈਰਾ ਇੰਪਰੂਵ ਕਰਨ ਲਈ ਹੀ ਦਿੰਦੇ ਹਾਂ ਤਾਂ ਕਿ ਉਹ ਆਪਣੀ ਜੋਬ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਇਨਹਾਂਸ ਕਰ ਸਕੇ। ਠੀਕ ਹੈ, ਜਿਹੜਾ ਟ੍ਰੇਨਿੰਗ ਦਾ ਮਤਲਬ ਹੁੰਦਾ ਉਹ ਪ੍ਰੈਜ਼ੈਂਟ ਜੋ ਕੰਮ ਕਰਦਾ ਪਿਆ, ਜੋ ਜੋਬ ਕਰਦਾ ਪਿਆ ਉਸ ਰਿਲੇਟਿਡ ਆਪਾਂ ਨੇ ਉਹਨੂੰ ਕੁਝ ਸਿਖਾਉਣਾ। ਜਿਹੜਾ ਡਿਵੈਲਪਮੈਂਟ ਦਾ ਮਤਲਬ ਹੈ ਇਹ ਹੁੰਦਾ ਕੋਈ ਫਿਊਚਰ ਜੋਬ ਲਈ, ਕਿ ਆਪਾਂ ਨੇ ਉਹ ਬੰਦੇ ਦੀ ਡਿਵੈਲਪਮੈਂਟ ਕਰਵਾਤੀ ਤਾਂ ਕਿ ਇਨ ਫਿਊਚਰ ਅਗਰ ਕੋਈ ਵੀ ਜੋਬ ਆਉਂਦੀ ਹੈ ਤਾਂ ਉਹ ਕਰ ਸਕੇ। ਐਟੀਟਿਊਡ ਫਾਰਮੇਸ਼ਨ ਦਾ ਮਤਲਬ ਹੁੰਦਾ ਕਿ ਉਹਦਾ ਕਿਸੇ ਮਤਲਬ ਇਮੋਸ਼ਨਸ ਚੇਂਜ ਕਰਦੇ ਨੇ ਕਿਸੇ ਚੀਜ਼ ਨੂੰ ਲੈ ਕੇ। ਉਹਦਾ ਜਿਹੜਾ ਐਟੀਟਿਊਡ ਹੈ, ਕੋਈ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੈ, ਉਹਦੇ ਵਿੱਚ ਆਪਾਂ ਨੇ ਉਹਦੀ ਫਾਰਮੇਸ਼ਨ ਲੈ ਆਉਣੀ। ਬਾਕੀ ਜੋਬ ਐਨਾਲਿਸਿਸ ਦਾ ਮਤਲਬ ਹੁੰਦਾ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕਿਸੇ ਜੋਬ ਨੂੰ ਐਨਾਲਿਸਿਸ ਕਰਨਾ, ਉਹਦੇ ਕੰਟੈਂਟ ਨੂੰ ਐਨਾਲਿਸਿਸ ਕਰਨਾ ਕਿ ਆਪਾਂ ਨੂੰ ਇਹ ਜੋਬ ਲਈ ਕੀ ਰਿਕੁਆਇਰਮੈਂਟਸ ਹੈ। ਸੋ ਇਹਦਾ ਆਨਸਰ ਕੀ ਹੈ? ਏ, ਟ੍ਰੇਨਿੰਗ। ਸੈਕਿੰਡ, ਪ੍ਰਿੰਸੀਪਲਸ ਆਫ ਮੈਨੇਜਮੈਂਟ ਆਰ ਨੋਟ। ਜਿਹੜੇ ਪ੍ਰਿੰਸੀਪਲ ਹੈ ਮੈਨੇਜਮੈਂਟ ਦੇ ਉਹ ਇਹਨਾਂ 'ਚੋਂ ਕੀ ਨਹੀਂ ਹੈ? ਐਬਸੋਲਿਊਟ, ਬਿਹੇਵੀਅਰਲ, ਯੂਨੀਵਰਸਲ ਜਾਂ ਫਿਰ ਫਲੈਕਸੀਬਲ। ਸੋ ਇਹਦਾ ਆਨਸਰ ਕੀ ਹੈ? ਐਬਸੋਲਿਊਟ। ਇਹ ਸਾਰਾ ਕੁਝ ਮੈਂ ਡਿਸਕਸ ਆਪਣੀ ਪਹਿਲੀ ਵੀਡੀਓਜ਼ 'ਚ ਕਰ ਚੁੱਕਾ ਹੈ। ਥਰਡ ਕੁਐਸਚਨ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਏ ਪ੍ਰਿੰਸੀਪਲ ਬਾਈ ਹੈਨਰੀ ਫਿਊਲ। ਇੱਕ ਜਿਹੜਾ ਹੈਨਰੀ ਫਿਊਲ ਹੈ ਉਹਨੇ ਆਪਣੇ ਕੁਝ ਪ੍ਰਿੰਸੀਪਲਸ ਦਿੱਤੇ ਸੀਗੇ ਮੈਨੇਜਮੈਂਟ ਦੇ ਰਿਲੇਟਿਡ। ਸੋ ਆਪਾਂ ਨੇ ਦੱਸਣਾ ਇਹਨਾਂ 'ਚੋਂ ਕਿਹੜਾ ਪ੍ਰਿੰਸੀਪਲ ਉਹਨੇ ਨਹੀਂ ਦਿੱਤਾ ਹੋਇਆ। ਡਿਵੀਜ਼ਨ ਆਫ ਵਰਕ, ਹਾਰਮੋਨੀ ਨੋਟ ਡਿਸਕॉर्ड, ਡਿਸਿਪਲਿਨ, ਯੂਨਿਟੀ ਆਫ ਕਮਾਂਡ। ਸੋ ਇਹਦਾ ਆਨਸਰ ਕੀ ਹੈ? ਹਾਰਮੋਨੀ ਨੋਟ ਡਿਸਕॉर्ड, ਕਿਉਂਕਿ ਜਿਹੜਾ ਇਹ ਪ੍ਰਿੰਸੀਪਲ ਹੈ ਇਹ FW ਟੇਲਰ ਨੇ ਦਿੱਤਾ ਸੀਗਾ। ਠੀਕ ਹੈ, ਇਹਦਾ ਆਨਸਰ ਕੀ ਹੈ? ਬੀ। ਬਾਕੀ ਜਿਹੜੇ ਹੋਰ ਦੇ ਪ੍ਰਿੰਸੀਪਲ ਹੈ ਡਿਵੀਜ਼ਨ ਆਫ ਵਰਕ, ਡਿਸਿਪਲਿਨ ਹੋ ਗਿਆ, ਯੂਨਿਟੀ ਆਫ ਕਮਾਂਡ ਹੋ ਗਿਆ, ਇਹ ਕਿਹਨੇ ਦਿੱਤੇ ਸੀਗੇ? ਹੈਨਰੀ ਫਿਊਲ ਨੇ। ਫੋਰਥ ਕੁਐਸਚਨ, ਹੈਨਰੀ ਫਿਊਲ ਵੈਸੇ ਕੀ ਸੀਗਾ ਉਹ? ਅਗਰ ਆਪਾਂ ਉਹਦਾ ਪ੍ਰੋਫੈਸ਼ਨ ਵਾਈਜ਼ ਦੇਖੀਏ ਤਾਂ ਉਹ ਆਪਣੇ ਜ਼ਮਾਨੇ 'ਚ ਕੀ ਕੰਮ ਕਰਦਾ ਸੀਗਾ? ਕੀ ਸੀਗਾ ਉਹ ਸੀਗਾ ਮਾਈਨਿੰਗ ਇੰਜੀਨੀਅਰ। ਹੈਨਰੀ ਫਿਊਲ ਕੀ ਸੀਗਾ? ਮਾਈਨਿੰਗ ਇੰਜੀਨੀਅਰ ਸੀਗਾ। ਤੇ ਜਿਹੜਾ FW ਟੇਲਰ ਸੀ ਉਹ ਕੀ ਸੀਗਾ? ਸਾਇੰਟਿਸਟ। ਸੋ ਇਹ ਵੀ ਕੁਐਸਚਨ ਪੁੱਛ ਸਕਦੇ ਆ ਕਿ ਜਿਹੜਾ FW ਟੇਲਰ ਸੀਗਾ ਉਹ ਕੀ ਸੀਗਾ? ਸਾਇੰਟਿਸਟ। ਤੇ ਜਿਹੜਾ ਆਪਣਾ ਹੈਨਰੀ ਫਿਊਲ ਸੀ ਉਹ ਕੀ ਸੀਗਾ? ਮਾਈਨਿੰਗ ਇੰਜੀਨੀਅਰ। ਫਿਫਥ ਕੁਐਸਚਨ, ਮੈਨੇਜਮੈਂਟ ਸ਼ੁੱਡ ਫਾਈਂਡ ਵਨ ਬੈਸਟ ਵੇ ਟੂ ਪਰਫਾਰਮ ਏ ਟਾਸਕ, ਵਿਚ ਟੈਕਨੀਕ ਆਫ ਮੈਨੇਜਮੈਂਟ ਸਟੇਟਸ ਦੈਟ। ਸੋ ਕੋਈ ਫਾਈਂਡ ਕਰਨਾ ਵੇ, ਯਾਨੀ ਕਿ ਕਿਸੇ ਕੰਮ ਨੂੰ ਕਰਨ ਦਾ ਢੰਗ ਆਪਾਂ ਨੂੰ ਕੌਣ ਦੱਸਦਾ ਕਿ ਬੈਸਟ ਹੋਊਗਾ। ਸੋ ਆਪਾਂ ਉਹਦੇ ਲਈ ਕੀ ਚੂਜ਼ ਕਰਾਂਗੇ? ਟਾਈਮ ਸਟੱਡੀ? ਨਹੀਂ, ਇਹ ਟਾਈਮ ਸਟੱਡੀ ਆਪਾਂ ਨੂੰ ਦੱਸਦੀ ਹੈ ਕਿ ਕੋਈ ਪਰਟੀਕੂਲਰ ਐਕਟੀਵਿਟੀ ਦਾ ਆਪਾਂ ਟਾਈਮ ਕਿਵੇਂ ਘਟਾ ਸਕਦੇ ਹਾਂ। ਮੋਸ਼ਨ ਸਟੱਡੀ? ਨਹੀਂ, ਮੋਸ਼ਨ ਇਹ ਦੱਸਦੀ ਹੈ ਕਿ ਆਪਾਂ ਕਿਸੇ ਕੰਮ ਨੂੰ ਘੱਟ ਮੋਸ਼ਨ 'ਚ ਕਿਵੇਂ ਕਰ ਸਕਦੇ ਹਾਂ, ਯਾਨੀ ਕਿ ਕੋਈ ਬੰਦੇ ਨੂੰ ਘੱਟ ਐਕਸ਼ਨ ਕਰਨੇ ਪੈਣ, ਉਹਦਾ ਕੰਮ ਜਲਦੀ ਹੋ ਜਾਏ। ਫੈਟੀਗ ਸਟੱਡੀ ਇਹ ਦੱਸਦੀ ਹੈ ਕਿ ਆਪਾਂ ਨੂੰ ਕਿਹੜੇ ਬੰਦੇ ਨੂੰ ਕਿੰਨੇ ਟਾਈਮ ਬਾਅਦ ਰੈਸਟ ਦੇਣਾ ਚਾਹੀਦਾ ਹੈ। ਸੋ ਇਹਦਾ ਆਨਸਰ ਕੀ ਹੈ? ਮੈਥਡ ਸਟੱਡੀ ਆਪਾਂ ਨੂੰ ਦੱਸਦੀ ਹੈ ਆਪਾਂ ਨੂੰ ਕਿਹੜਾ ਵੇ, ਕਿਹੜਾ ਟੈਕਨੀਕ ਆਪਟ ਕਰਨੀ ਚਾਹੀਦੀ ਹੈ ਕੋਈ ਕੰਮ ਕਰਨ ਨੂੰ ਤਾਂ ਕਿ ਉਹ ਅੱਛੇ ਤਰੀਕੇ ਨਾਲ ਹੋ ਜਾਏ। ਸਿਕਸਥ ਕੁਐਸਚਨ, ਡੈਸ਼ ਮੀਨਸ ਐਵਰੀ ਇੰਪਲੋਈ ਸ਼ੁੱਡ ਗੈਟ ਆਰਡਰ ਫਰੋਮ ਵਨ ਸੁਪੀਰੀਅਰ ਓਨਲੀ। ਇਹਨਾਂ 'ਚੋਂ ਕਿਹੜੀ ਐਸੀ ਚੀਜ਼ ਹੈ ਜੋ ਦੱਸਦੀ ਹੈ ਕਿ ਇੱਕ ਸਬੋਰਡੀਨੇਟ ਨੂੰ ਸਿਰਫ ਇੱਕ ਸੀਨੀਅਰ ਤੋਂ ਹੀ ਆਰਡਰ ਮਿਲੇ? ਸੋ ਦੇਖੋ, ਯੂਨਿਟੀ ਆਫ ਕਮਾਂਡ, ਯੂਨਿਟੀ ਆਫ ਡਾਇਰੈਕਸ਼ਨ, ਸੈਂਟਰਲਾਈਜੇਸ਼ਨ ਤੇ ਆਰਡਰ। ਸੋ ਇਹਦਾ ਆਨਸਰ ਕੀ ਹੈ? ਯੂਨਿਟੀ ਆਫ ਕਮਾਂਡ, ਕਿਉਂਕਿ ਯੂਨਿਟੀ ਆਫ ਕਮਾਂਡ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜਾ ਸਬੋਰਡੀਨੇਟ ਹੈ ਉਹਨੂੰ ਸਿਰਫ ਇੱਕ ਜਾਣਾ ਹੀ ਆਰਡਰ ਦੇਵੇ। ਅਗਰ ਸਪੋਜ਼ ਕਰੋ ਇਹਨੂੰ ਇੱਕ ਹੋਰ ਸੀਨੀਅਰ ਆਰਡਰ ਦੇ ਰਿਹਾ ਹੈ, ਠੀਕ ਹੈ, ਤੇ ਇੱਕ ਹੋਰ ਦੇ ਰਿਹਾ ਹੈ, ਤਾਂ ਇਹ ਕਨਫਿਊਜ਼ ਹੋ ਜਾਊਗਾ ਕਿ ਪਹਿਲਾਂ ਕਿਹਦਾ ਕੰਮ ਕਰੇ, ਜਿਸ ਕਰਕੇ ਆਪਣਾ ਕੋਈ ਵੀ ਕੰਮ ਕੰਪਲੀਟ ਨਹੀਂ ਕਰ ਪਾਊਗਾ। ਸੋ ਯੂਨਿਟੀ ਹੋਣੀ ਚਾਹੀਦੀ ਹੈ ਕਮਾਂਡ ਦੇਣ 'ਚ ਕਿ ਇੱਕ ਸਬੋਰਡੀਨੇਟ ਨੂੰ ਇੱਕ ਸੁਪੀਰੀਅਰ ਹੀ ਸਿਰਫ ਆਰਡਰ ਦੇਵੇ। ਯੂਨਿਟੀ ਆਫ ਡਾਇਰੈਕਸ਼ਨ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਅਗਰ 3 ਬੰਦੇ ਕੰਮ ਕਰ ਰਹੇ ਹੈ ਤਾਂ ਉਹ ਜਿਸ ਲਈ ਕੰਮ ਕਰ ਰਹੇ ਆ ਉਹਨਾਂ ਦਾ ਗੋਲ ਇੱਕ ਹੋਣਾ ਚਾਹੀਦਾ ਹੈ, ਇੱਕ ਡਾਇਰੈਕਸ਼ਨ 'ਚ ਕੰਮ ਕਰਨ। ਇਹ ਨਹੀਂ ਹੈਗਾ ਕਿ ਇਹਦਾ ਕੋਈ ਗੋਲ ਹੋ ਰਿਹਾ, ਇਹਦਾ ਕੋਈ ਗੋਲ ਹੋ ਰਿਹਾ ਅਤੇ ਉਹ ਤਾਂ ਵੀ ਗਰੁੱਪ 'ਚ ਰਹਿ ਕੇ ਕੋਈ ਕੰਮ ਕਰ ਰਹੇ ਆ। ਸੈਂਟਰਲਾਈਜੇਸ਼ਨ ਦਾ ਮਤਲਬ ਤੁਹਾਨੂੰ ਮੈਂ ਦੱਸ ਹੀ ਚੁੱਕਾ ਸੀਗਾ ਕੀ ਸੀਗਾ? ਪਾਵਰ ਇੱਕ ਹੱਥ 'ਚੋਂ ਨਹੀਂ। ਅਤੇ ਆਰਡਰ ਦਾ ਮਤਲਬ ਕੀ ਹੋ ਗਿਆ? ਆਰਡਰ ਦਾ ਇੱਥੇ ਮਤਲਬ ਹੈ ਕਿ ਹਰ ਇੱਕ ਚੀਜ਼ ਆਪਣੀ ਜਗ੍ਹਾ 'ਤੇ ਪਈ ਹੋਣੀ ਚਾਹੀਦੀ ਹੈ ਕੰਪਨੀ 'ਚ। ਸੈਵਨਥ ਕੁਐਸਚਨ, ਕੰਸਨਟ੍ਰੇਸ਼ਨ ਆਫ ਅਥੋਰਿਟੀ ਐਟ ਵਨ ਲੈਵਲ ਇਜ਼ ਕਾਲਡ। ਕਿ ਜਿਹੜੀ ਅਥੋਰਿਟੀ ਹੈ ਸਿਰਫ ਉਹ ਇੱਕ ਹੱਥ 'ਚ ਹੀ ਹੋਵੇ, ਇੱਕ ਲੈਵਲ 'ਤੇ ਹੀ ਹੋਵੇ ਤਾਂ ਆਪਾਂ ਉਹਨੂੰ ਕੀ ਕਹਿੰਦੇ ਆ?
डिसेंट्रलाइजेशन, डेलीगेशन, अकाउंटेबिलिटी या फिर सेंट्रलाइजेशन। ये भी मैं तुहानू अपनी पिछली वीडियो दस चुका कि है डी सेंट्रलाइजेशन, क्योंकि डिसेंट्रलाइजेशन मतलब होंदा है कि स्कैटर कर देनी जिहड़ी तुहाडी अथॉरिटी है उन्होंने स्प्रैड कर देना। डेलीगेशन का मतलब भी तुहानू दस्सिया सीगा, सीनियर अपने सबॉर्डीनेट नू डेलीगेट कर दिंदा है अथॉरिटी वगैरह। अकाउंटेबिलिटी का मतलब होंदा आंसरेबिलिटी, कि अगर किसी सीनियर ने सबॉर्डीनेट नू कोई रिस्पॉन्सिबिलिटी दी है तो सबॉर्डीनेट नू अपने सीनियर नू दसना पऊगा कि वो काम क्यों नहीं कर पाया, सो इहनू की कहंदे अकाउंटेबिलिटी। सेंट्रलाइजेशन का मतलब होंदा पावर एक हत्थ 'च ही रहना या एक लैवल के कोल ही रहना। नैक्सट क्वेश्चन, विच ऑफ द फॉलोइंग इज़ अ फीचर ऑफ प्लैनिंग। इन्हां चों प्लैनिंग का की फीचर है। फोकस ऑन अचीविंग गोल बिल्कुल सही है। ऑल परवेसिव बिल्कुल सही है, जिहड़ी प्लैनिंग है वो हर एक जगह लगती है। मैंटल एक्सरसाइज बिल्कुल सही है, क्योंकि आप दिमाग नाल ही सोचते हैं। सो ऑल ऑफ द अबव, ये सारे ही ये फीचर हैं प्लैनिंग के। डैश गाइड्स फॉर डिसीजन मेकिंग, इन्हां चों डिसीजन मेकिंग लिए आपां नूं की गाइड करदा है। रूल नहीं, ये तुहानूं मैं दस्सिया सीगा, ये आपां नूं दसदे हैं की सही है या फिर की गलत है। पॉलिसी बिल्कुल मैं तुहानूं दस्सिया सी, पॉलिसी की हुंदा है, जनरल गाइडलाइनस हुंदियां ने, जनरल गाइडलाइनस होंदियां ने जो आपां नूं गाइड करदियां ने कोई डिसीजन लैण च। सो इहदा आंसर की है पॉलिसी। प्रोसीजर की हुंदा है, प्रोसीजर हुंदा सपोज करो तुसीं कोई काम कर रहे हो, ਉਹਦਾ ਆਪਾਂ प्रोसीजर तय कर लेने कि पहला यह काम होगा फिर यह काम होगा, ਉਹਨੂੰ ਆਪਾਂ प्रोसीजर कह ਦਿੰਦੇ ਆ। ਤੇ मैथड हो गया कोई वे किसी काम ਨੂੰ ਕਰਨ ਦਾ ਢੰਗ कि ਆਪਾਂ ਨੇ ਕਿਹੜਾ ਕੰਮ ਕਿਹੜੇ ਮੈਥਡ ਦੇ ਨਾਲ ਕਰਨਾ। 10th क्वेश्चन, डैश टाइप ऑफ प्लान इज़ नॉट लाइकली टू बी रिपीटिड इन फ्यूचर। इन्हां चों किहड़ा प्लान ऐसा है कि जिहड़ा फ्यूचर च आपां रिपीट नहीं कर सकते। सो जिवें कि तुहानूं ऑप्शनस तो ही पता लग रहा है, पहला ऑप्शन की है स्टैंडिंग प्लान, दूसरा की है प्रोग्राम, तीसरा की है सिंगल यूज़ प्लान, चौथा की है मैथड। सो तुहानूं नाम तो ही पता लग रहा है सिंगल यूज़ प्लान। सिंगल यूज़ प्लान हुंदा कि आपां इहनूं एक बार यूज़ करते हैं, ये दोबारा तो आपां किसी होर एक्टिविटी लई यूज़ नहीं कर सकते। सो इहदा आंसर की है सी, सिंगल यूज़ प्लान। सो अज लई इन्ना ही। आई होप तुहानूं मेरी अज की वीडियो पसंद आई होगी। अगर तुहानूं मेरी वीडियो अच्छी लगती है तो इहनूं लाइक जरूर करा करो, कमेंट जरूर दस्या करो कि वीडियो कैसी लगी। बाकी जो स्टूडेंट्स ने हजे तक साडा चैनल सबसक्राइब नहीं किया तो मेरी उन्हां तो रिक्वेस्ट है कि साडे चैनल नूं सबसक्राइब कर लो एंड साडे नाल इंस्टाग्राम एंड फेसबुक ते भी कनैक्ट हो जाओ, ताकि तुसीं भी डेली करंट अफेयर पढ़ सको तो क्विज़ अटैम्प्ट कर सको। थैंक यू सो मच।